Respected officers, good afternoon. I am Dr. Harpreet ETO Khanna. So today I am going to share with you the fourth video book in the series of video books that I am sharing on the important topics covered under the GST law. Today our point of discussion is input tax credit. This is by and large the most important topic in the GST. In fact, it is a backbone of GST on which the tax compliance is ensured across the chain. And before I start with the topic, I just want to make sure all of you have a white piece of paper and a pen in front of you. Okay. And I hope you are fit and fine and taking all the necessary precautions in these tough times. So, and then always our content for the entire video book will be Punjabi, and wherever I don't find the suitable Punjabi words, I'll be replacing them with some English words. So let's begin with the topic of ITC. So first of all, some important definitions which are very important that we should know before we move to the main topic. So ਸਭ ਤੋਂ ਪਹਿਲਾਂ ਹੈਗਾ ਕੈਪੀਟਲ ਗੁੱਡਸ। ਕੈਪੀਟਲ ਗੁੱਡਸ ਜਿਹੜੀਆਂ ਹੈਗੀਆਂ ਨੇ ਇਹ ਡਿਫਾਈਨਡ ਨੇ GST ਐਕਟ 'ਚ ਅੰਡਰ ਸੈਕਸ਼ਨ 2 ਸਬਸੈਕਸ਼ਨ 19। ਹੁਣ ਕੈਪੀਟਲ ਗੁੱਡਸ ਕੀ ਕਹਿੰਦੀਆਂ? ਕੈਪੀਟਲ ਗੁੱਡਸ ਉਹ ਗੁੱਡਸ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੀ ਵੈਲਿਊ ਨੂੰ ਅਸੀਂ ਆਪਣੇ ਬੁੱਕਸ ਆਫ ਅਕਾਊਂਟਸ 'ਚ ਕੈਪੀਟਲਾਈਜ਼ ਕਰਦੇ ਹਾਂ, ਐਂਡ ਆਲਸੋ ਦੇ ਆਰ used or intended to be used in the course or furtherance of business। मैं दोबारा रिपीट करदा, ਅਸੀਂ ਸਭ ਤੋਂ ਪਹਿਲਾਂ ਹੁਣ ਅੱਜ ITC ਟੌਪਿਕ ਸਭ ਤੋਂ ਪਹਿਲੀ ਚੀਜ਼ ਪੜ੍ਹੀ ਹੈ ਕਿ ਕੈਪੀਟਲ ਗੁੱਡਸ ਕੀ ਹੁੰਦੀ ਹੈ। ਕੈਪੀਟਲ ਗੁੱਡਸ ਦੀ ਡੈਫੀਨੇਸ਼ਨ ਕਿੱਥੇ ਮਿਲਦੀ ਹੈ? ਸੈਕਸ਼ਨ 2 ਸਬਸੈਕਸ਼ਨ 19। ਉਹਦੇ ਅੰਦਰ ਕੈਪੀਟਲ ਗੁੱਡਸ ਡਿਫਾਈਨ ਨੇ। ਉਹ ਕਹਿੰਦੇ ਨੇ ਕਿ ਜੀ ਕੈਪੀਟਲ ਗੁੱਡਸ ਉਹ ਗੁੱਡਸ ਨੇ ਜਿਨ੍ਹਾਂ ਦੀ ਵੈਲਿਊ ਨੂੰ ਅਸੀਂ ਅਕਾਊਂਟ ਬੁੱਕਸ 'ਚ ਕੈਪੀਟਲਾਈਜ਼ ਕਰਦੇ ਹਾਂ, ਐਂਡ ਆਲਸੋ ਦੇ ਆਰ ਯੂਜ਼ਡ ਇਨ ਦਾ ਕੋਰਸ ਔਰ ਦਾ ਫਰਦਰੈਂਸ ਆਫ ਦਾ ਬਿਜ਼ਨਸ। ਠੀਕ ਹੈ। ਜੇ ਹੁਣ ਆਪਾਂ ਇਹਨੂੰ ਦੇਸੀ ਲੈਂਗੁਏਜ ਸਮਝੀਏ, ਇੱਕ ਬੜਾ ਮਤਲਬ ਲੇਮੈਨ ਨੂੰ ਜੇ ਸਮਝਾਉਣਾ ਹੋਵੇ ਕੈਪੀਟਲ ਗੁੱਡਸ ਕੀ ਹੁੰਦੀਆਂ ਨੇ, ਸਿੰਪਲ ਹੈ। ਜਦੋਂ ਵੀ ਪ੍ਰੋਡਕਸ਼ਨ ਸ਼ੁਰੂ ਹੁੰਦੀ ਹੈ ਕਿਸੇ ਫੈਕਟਰੀ 'ਚ ਤਾਂ ਤਿੰਨ ਚੀਜ਼ਾਂ ਦੀ ਲੋੜ ਪੈਂਦੀ ਹੈ, ਇੱਕ ਲੈਂਡ, ਇੱਕ ਲੇਬਰ, ਇੱਕ ਕੈਪੀਟਲ ਗੁੱਡਸ। ਹੁਣ ਸਮਝ ਆ ਗਈ ਕੈਪੀਟਲ ਗੁੱਡਸ ਕੀ ਹੁੰਦੀਆਂ ਨੇ? ਠੀਕ ਹੈ ਨਾ। ਜਿਹੜੀ ਮਸ਼ੀਨਰੀ ਹੈ, ਜਿਹਦੇ ਜੋ ਸਮਾਨ ਮਸ਼ੀਨਰੀ ਹੈ, ਉਹ ਕੈਪੀਟਲ ਗੁੱਡਸ ਨੇ ਬੇਸਿਕਲੀ, ਇੱਕ ਬੇਸਿਕ ਲੈਂਗੁਏਜ। ਅਦਰਵਾਈਜ਼ ਜੋ GST 'ਚ ਡਿਫਾਈਨਡ ਆ ਤੁਹਾਨੂੰ ਦੱਸਤਾ ਕਿ ਦਾ ਵੈਲਿਊ ਆਫ the goods whose value is capitalized in the books of accounts and who are used or intended to be used in the course or furtherance of business। ਸੈਕਿੰਡ ਡੈਫੀਨੇਸ਼ਨ ਪੜ੍ਹਨੀ ਹੈਗੀ ਹੈ ਆਫ ਇਨਪੁਟਸ। ਇਹ ਹੈਗੀ ਹੈ ਸੈਕਸ਼ਨ 2 ਸਬਸੈਕਸ਼ਨ 59। ਇਨਪੁਟਸ ਕੀ ਨੇ? ਇਨਪੁਟਸ ਹੈਗੇ ਨੇ ਗੁੱਡਸ ਅਦਰ ਦੈਨ ਕੈਪੀਟਲ ਗੁੱਡਸ which are used or intended to be used in the course or furtherance of the business। ਠੀਕ ਹੈ ਜੀ। ਕੈਪੀਟਲ ਗੁੱਡਸ ਤੋਂ ਇਲਾਵਾ ਇਹ ਗੁੱਡਸ ਨੇ ਜਿਨ੍ਹਾਂ ਨੂੰ ਅਸੀਂ ਕੈਪੀਟਲਾਈਜ਼ ਨਹੀਂ ਕਰਦੇ ਇਨ ਬੁੱਕਸ ਆਫ ਅਕਾਊਂਟਸ, ਐਂਡ ਦੇ ਆਰ ਯੂਜ਼ਡ ਔਰ ਇੰਟੈਂਡਡ ਟੂ ਬੀ ਯੂਜ਼ਡ ਇਨ ਦਾ ਕੋਰਸ ਔਰ ਫਰਦਰੈਂਸ ਆਫ ਬਿਜ਼ਨਸ। ਹੁਣ ਇਹਦੇ ਅੰਦਰ ਜੋ ਇੰਪੋਰਟੈਂਟ ਹੈਗਾ ਕਿ ਸੈਕਸ਼ਨ 17 ਸਬਸੈਕਸ਼ਨ 5 'ਚ ਜਿਹੜੀਆਂ ਚੀਜ਼ਾਂ ਐਕਸਕਲੂਡ ਕੀਤੀਆਂ ਹੋਈਆਂ ਉਹ 'ਚ ਨਹੀਂ ਆਉਂਦੀਆਂ। ਉਹ ਆਪਾਂ ਅੱਗੇ ਡਿਟੇਲ 'ਚ ਪੜ੍ਹਾਂਗੇ ਕਿਹੜੀਆਂ ਚੀਜ਼ਾਂ ਐਕਸਕਲੂਡ ਕੀਤੀਆਂ ਹੋਈਆਂ ਇਨ ਸੈਕਸ਼ਨ 17 ਸਬਸੈਕਸ਼ਨ 5। ਨੈਕਸਟ ਇੰਪੋਰਟੈਂਟ ਹੈਗਾ ਇਨਪੁਟ ਸਰਵਿਸ। ਇਨਪੁਟ ਸਰਵਿਸ ਡਿਫਾਈਨਡ ਹੈਗੀ ਹੈ ਸੈਕਸ਼ਨ 2 ਸਬਸੈਕਸ਼ਨ 60। ਇਨਪੁਟ ਸਰਵਿਸ ਬਿਲਕੁਲ ਸੇਮ ਜਾਂ ਇਨਪੁਟਸ, ਥੀਸ ਆਰ ਦ ਇਨਪੁਟ ਸਰਵਿਸ। ਇਨਪੁਟ ਸਰਵਿਸਿਜ਼ ਆਰ ਦ ਸਰਵਿਸਿਜ਼ which are used or intended to be used in the course or the furtherance of the business, and ਜਿਹੜੀਆਂ 17 ਸੈਕਸ਼ਨ 17 ਸਬਸੈਕਸ਼ਨ 5 ਡਿਫਾਈਨ ਨੇ ਉਹ 'ਚ ਕਵਰ ਨਹੀਂ ਹੁੰਦੀ। ਕਲੀਅਰ ਹੈ। ਨੈਕਸਟ ਅਪ ਆ ਗਏ ਇਨਪੁਟ ਸਰਵਿਸ ਡਿਸਟਰੀਬਿਊਟਰ ISD। ਇਨਪੁਟ ਸਰਵਿਸ ਡਿਸਟਰੀਬਿਊਟਰ ਜਿਹੜਾ ਹੈਗਾ ਉਹ ਹੈਗਾ ਸੈਕਸ਼ਨ 2 ਸਬਸੈਕਸ਼ਨ 61। ਇਹ ਥੋੜ੍ਹਾ ਧਿਆਨ ਨਾਲ ਸਮਝੋ। ਇਨਪੁਟ ਸਰਵਿਸ ਡਿਸਟਰੀਬਿਊਟਰ ਕੀ ਹੈਗਾ? ਕੋਈ ਬੈਂਕ ਹੈ, XYZ ਬੈਂਕ ਹੈ, ਉਹਦਾ ਹੈੱਡ ਆਫਿਸ ਹੈਗਾ ਬੰਬੇ 'ਚ। ਉਹਦੀਆਂ 3 ਬ੍ਰਾਂਚਾਂ ਨੇ, ਇੱਕ ਬੈਂਗਲੋਰ ਹੈ, ਇੱਕ ਚੰਡੀਗੜ੍ਹ ਹੈ, ਇੱਕ ਲੁਧਿਆਣਾ। ਜਿਹੜੀ ਬੰਬੇ 'ਚ ਹੈੱਡ ਆਫਿਸ ਹੈ ਉਹਨੇ ਇਹਨਾਂ ਤਿੰਨਾਂ ਬ੍ਰਾਂਚਿਸ ਦੇ ਵਾਸਤੇ ਇੱਕ ਮਾਰਕੀਟਿੰਗ ਦੀ ਸਰਵਿਸਿਜ਼ ਲਈਆਂ ਕਿਸੇ ਮਾਰਕੀਟਿੰਗ ਕੰਪਨੀ ਤੋਂ। ਜਦੋਂ ਸਰਵਿਸਿਜ਼ ਲਈਆਂ ਉਹਨੇ ਟੈਕਸ ਪੇ ਕੀਤਾ। ਦ ਟੈਕਸ ਕੈਨ ਬੀ SGST, CGST, IGST, ਰਾਈਟ। ਜਿਹੜਾ ਉਹ ਟੈਕਸ ਪੇ ਕੀਤਾ ਉਹਦਾ ਉਹਨੂੰ ITC ਮਿਲਿਆ। ਹੁਣ ਉਹ ਜਿਹੜਾ ITC ਹੈਗਾ ਉਹ ਉਹਨਾਂ ਤਿੰਨਾਂ ਬ੍ਰਾਂਚਿਸ ਡਿਸਟਰੀਬਿਊਟ ਹੋਊਗਾ ਜਿਹੜੀਆਂ ਇਹਦੀਆਂ ਬ੍ਰਾਂਚਿਸ ਨੇ। ਅਤੇ ਇਹ ਜਿਹੜੀ ਬੰਬੇ ਵਾਲੀ ਬ੍ਰਾਂਚ ਹੈ ਇਹ ISD ਹੋਏਗਾ, ਇਨਪੁਟ ਸਰਵਿਸ ਡਿਸਟਰੀਬਿਊਟਰ ਹੋਏਗਾ।
ISD ਦਾ ਰਜਿਸਟ੍ਰੇਸ਼ਨ ਵੀ ਅਲੱਗ ਲੈਣਾ ਪੈਂਦਾ। ਹੁਣ ਇਹਦੇ 'ਚ ਸ਼ਰਤ ਕੀ ਹੈ? ਸ਼ਰਤ ਸਿਰਫ ਇਹ ਹੈ ਕਿ ਜਿਹੜੀਆਂ ISD ਹੈ ਤੇ ਜਿਨ੍ਹਾਂ ਜੋ ਉਹ ISD ਜਿਨ੍ਹਾਂ ਨੂੰ ਉਹ ਇਨਪੁਟ ਸਰਵਿਸ ਡਿਸਟਰੀਬਿਊਟ ਕਰ ਰਿਹਾ, ITC ਡਿਸਟਰੀਬਿਊਟ ਕਰ ਰਿਹਾ, ਉਹ ਸਾਰਿਆਂ ਦਾ ਪੈਨ ਨੰਬਰ ਇੱਕੋ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਅਦਰਵਾਈਜ਼ ਜਿਹੜੀ ਡਿਸਟਰੀਬਿਊਸ਼ਨ ਹੋਣੀ ਹੈ ਉਹ ਕਿੱਦਾਂ ਹੋਣੀ ਆ ਆਪਾਂ ਅੱਗੇ ਡਿਟੇਲ 'ਚ ਪੜਾਂਗੇ। ਠੀਕ ਹੈ। ਇਹਦੀ ਡੈਫੀਨੇਸ਼ਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜੋ ਹੈਗੀ ਹੈ। Section 2 subsection 61 input service distributor means an office of the supplier of goods or services or both which receives tax invoices under section 31 under towards the receipt of input services and issues a prescribed document for the purpose of distributing credit of central tax, state tax, Indian tax or union territory tax paid on the said services to a supplier of taxable goods and services of both having the same permanent account number as that of the said sale। ठीक है जी। ਨਾਓ ਨੈਕਸਟ ਜਿਹੜੀ ਡੈਫੀਨੇਸ਼ਨ ਆਪਾਂ ਪੜ੍ਹਨੀ ਹੈਗੀ ਹੈ ਉਹ ਹੈਗੀ ਇਨਪੁਟ ਟੈਕਸ ਦੀ। ਇਨਪੁਟ ਟੈਕਸ ਦੀ ਡੈਫੀਨੇਸ਼ਨ ਜਿਹੜੀ ਹੈਗੀ ਹੈ ਦੈਟ ਇਜ਼ ਡਿਫਾਈਨਡ ਇਨ ਸੈਕਸ਼ਨ 2 ਸਬਸੈਕਸ਼ਨ 62। ਇਨਪੁਟ ਟੈਕਸ ਦੀ ਡੈਫੀਨੇਸ਼ਨ ਕੀ ਹੈ? ਜਦੋਂ ਵੀ ਕੋਈ ਸਪਲਾਈ ਹੁੰਦੀ ਹੈ ਤਾਂ ਜਿਹੜਾ ਰਿਸੀਪੀਐਂਟ ਹੈਗਾ, ਜਿਹੜਾ ਉਹ ਟੈਕਸ ਪੇ ਕਰਦਾ, ਇਟ ਕੈਨ ਬੀ ਇਨ ਕੇਸ ਆਫ input tax, state tax, that is SGST, central tax CGST, IGST, UTGST, or tax paid under reverse charge RCM, or IGST paid on imports, ਉਹ ਸਾਰਾ input tax ਹੈ। input tax ਕਿਹੜਾ ਨਹੀਂ ਹੈ? ਜਿਹੜਾ ਕੰਪੋਜੀਸ਼ਨ ਟੈਕਸ ਹੁੰਦਾ ਉਹ input tax ਨਹੀਂ ਹੈ। ਇਹ ਧਿਆਨ ਰੱਖਣਾ input tax ਦੇ ਅੰਦਰ ਕਿ ਕੰਪੋਜੀਸ਼ਨ ਟੈਕਸ ਇਜ਼ ਨਾਟ input tax। ਠੀਕ ਹੈ। ਇਹਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ। Input tax in relation to a registered person means a central tax, state tax, integrated tax, UT tax charged on any supply of goods or services or both made to him, includes IGST paid on imports and tax paid on reverse charge basis, but does not include tax paid under the composition। Clear? The next is ITC, that is the credit of input is input tax credit। simple। ਹੁਣ ਅਸੀਂ ਡੈਫੀਨੇਸ਼ਨਸ ਪੜ੍ਹੀਆਂ ਅਸੀਂ ਡੈਫੀਨੇਸ਼ਨਸ ਕੈਪੀਟਲ ਗੁੱਡਸ, ਇਨਪੁਟ ਸਰਵਿਸਿਜ਼, ਇਨਪੁਟ ਸਰਵਿਸ ਡਿਸਟਰੀਬਿਊਟਰ, ਦੈਨ ਇਨਪੁਟ ਟੈਕਸ ਕ੍ਰੈਡਿਟ। ਠੀਕ ਹੈ। ਨਾਓ ਵੀ ਮੂਵ ਟੂ ਦ ਮੇਨ ਟੌਪਿਕ ਆਫ ਇਨਪੁਟ ਟੈਕਸ ਕ੍ਰੈਡਿਟ। ਸਭ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਹੂ ਇਜ਼ ਐਲੀਜੀਬਲ ਫॉर ਦ ਇਨਪੁਟ ਟੈਕਸ ਕ੍ਰੈਡਿਟ। ਠੀਕ ਹੈ ਜੀ। ਇਹ ਹੈਗਾ ਸੈਕਸ਼ਨ 16 ਸਬਸੈਕਸ਼ਨ 2, ਰੂਲ ਹੈਗਾ ਰੂਲ 36। ਰੂਲ 36 ਦਾ ਸਬਸੈਕਸ਼ਨ 2 ਦਾ ਪ੍ਰੋਵੀਜ਼ੋ ਜਿਹੜਾ ਕਿ ਬਾਅਦ ਚ ਐਡ ਹੋਇਆ ਸੀਗਾ ਨੋਟੀਫਿਕੇਸ਼ਨ ਨੰਬਰ 39 ਆਫ 2018। ਇਹਨੂੰ ਆਪਾਂ ਸਮਝ ਲਈਏ ਉਹਨੇ ਹੈ ਕੀ ਹੈ। ਪਹਿਲਾਂ ਸੈਕਸ਼ਨ ਕੀ ਹੈ? ਸੈਕਸ਼ਨ 16 ਸਬਸੈਕਸ਼ਨ 2 ਰੂਲ 36 ਦਾ ਸਬ ਰੂਲ 2 ਦਾ ਪ੍ਰੋਵੀਜ਼ੋ ਜਿਹੜਾ ਐਡ ਹੋਇਆ ਸੀਗਾ ਅੰਡਰ ਨੋਟੀਫਿਕੇਸ਼ਨ ਨੰਬਰ 39 ਆਫ 2018। ਹੁਣ ਇਹਦੇ ਆਪਾਂ ਪੜ੍ਹ ਲਈ ਚ ਹੈ ਕੀ, ਕਿਹੜੀਆਂ ਚੀਜ਼ਾਂ ਹੋਣਾ ਜ਼ਰੂਰੀ ਹੈ। ਨੰਬਰ 1, ਇਟ ਕੈਨ ਬੀ ਅ ਟੈਕਸੀਬਲ ਇਨਵੋਇਸ, ਇਟ ਕੈਨ ਬੀ ਅ ਡੈਬਿਟ ਨੋਟ, ਔਰ ਇਟ ਕੈਨ ਬੀ ਐਨੀ ਡਾਕੂਮੈਂਟ ਦੈਟ ਇਜ਼ ਅ ਪ੍ਰੂਫ ਫॉर ਦ ਪੇਮੈਂਟ ਆਫ ਦ ਡਿਊਟੀ। ਓਕੇ। ਇਹਨੂੰ ਫਿਰ ਅੱਗੇ 5 ਕੰਡੀਸ਼ਨਸ ਉਹਨਾਂ ਨੇ ਦੱਸੀਆਂ ਕਿ ਜਿਹੜਾ ਇਹ ਡਾਕੂਮੈਂਟ ਹੈਗਾ ਇਹ 'ਚ ਕੀ ਹੋਣਾ ਚਾਹੀਦਾ। ਨੰਬਰ 1, ਟੈਕਸ ਜਿਹੜਾ ਚਾਰਜ ਹੋਇਆ ਦੀ ਡਿਟੇਲ ਹੋਣੀ ਚਾਹੀਦੀ ਹੈ। ਨੰਬਰ 2, ਗੁੱਡਸ ਐਂਡ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਦੀ ਡਿਸਕ੍ਰਿਪਸ਼ਨ ਹੋਣੀ ਚਾਹੀਦੀ ਹੈ। ਫਿਰ ਗੁੱਡਸ ਐਂਡ ਸਰਵਿਸਿਜ਼ ਉਹਨਾਂ ਦੀ ਕੁਆਂਟੀਟੀ ਹੋਣੀ ਚਾਹੀਦੀ ਹੈ, ਵੈਲਿਊ ਹੋਣੀ ਚਾਹੀਦੀ ਹੈ। ਠੀਕ ਹੈ। ਫਿਰ ਸਪਲਾਇਰ ਤੇ ਰਸੀਪੀਐਂਟ ਉਹਨਾਂ ਦਾ GSTN ਹੋਣਾ ਚਾਹੀਦਾ, ਤੇ ਜੇ ਇੰਟਰਸਟ ਅਪਲਾਈਡ ਇੰਟਰਸਟੇਟ ਹੈ ਤਾਂ ਪਲੇਸ ਹੋਣੀ ਚਾਹੀਦੀ ਹੈ। ਮੈਂ ਦੁਬਾਰਾ ਰਿਪੀਟ ਕਰਦਾ ਹੈ ਸਾਰਿਆਂ ਨੂੰ। ਆਪਾਂ ਐਲੀਜੀਬਿਲਿਟੀ ਪਾ ਰਹੇ ਹਾਂ ਕਿ ਹੂ ਇਜ਼ ਐਲੀਜੀਬਲ ਫॉर ITC। ਸਭ ਤੋਂ ਪਹਿਲਾਂ ਤਾਂ ਰਜਿਸਟਰਡ ਬੰਦਾ ਹੋਣਾ ਚਾਹੀਦਾ, ਦੈਟ ਇਜ਼ ਓਬਵੀਅਸਲੀ ਹੈ ਨਾ, ਰਜਿਸਟਰਡ GST ਹੋਵੇ ਬੰਦਾ। ਉਸ ਤੋਂ ਬਾਅਦ ਉਹਦੇ ਕੋਲ 3 ਚੀਜ਼ਾਂ ਜੋ ਹੋਣੀ ਚਾਹੀਦੀ ਹੈ, ਟੈਕਸੀਬਲ ਇਨਵੋਇਸ, ਡੈਬਿਟ ਨੋਟ ਜਾਂ ਐਨੀ ਡਾਕੂਮੈਂਟ ਦੈਟ ਇਜ਼ ਪ੍ਰੂਫ ਆਫ ਪੇਮੈਂਟ ਆਫ ਡਿਊਟੀ। ਠੀਕ ਹੈ। ਉਸ ਤੋਂ ਬਾਅਦ 5 ਕੰਡੀਸ਼ਨਸ ਨੇ ਉਹਨਾਂ ਡਾਕੂਮੈਂਟਸ ਦੇ ਉੱਤੇ ਕੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਇਹਦੇ 'ਚ ਹੈਗਾ ਤੁਹਾਡਾ ਕਿ ਡਿਸਕ੍ਰਿਪਸ਼ਨ ਹੋਵੇ ਗੁੱਡਸ ਅਤੇ ਸਰਵਿਸਿਜ਼ ਦੀ ਕੀ ਸੀਗੀਆਂ। ਨੰਬਰ 2, ਕੁਆਂਟੀਟੀ ਐਂਡ ਵੈਲਿਊ। ਨੰਬਰ 3, ਟੈਕਸ ਚਾਰਜ ਦੀ ਡਿਟੇਲ। ਨੰਬਰ 4, ਉਹਦੇ 'ਚ
ਸਪਲਾਇਰ ਤੇ ਰਸੀਪੀਐਂਟ ਦਾ GSTN ਹੋਵੇ। ਨੰਬਰ 5 ਜੇ ਇੰਟਰਸਟੇਟ ਹੈ ਤਾਂ ਉਹਦੇ ਅੰਦਰ ਉਹਦੀ ਪਲੇਸ ਆਫ ਸਪਲਾਈ ਮੈਂਸ਼ਨ ਹੋਵੇ। ਜੇ ਇਹ ਚੀਜ਼ਾਂ ਹੈਗੀਆਂ ਨੇ ਤਾਂ ਐਲੀਜੀਬਿਲਟੀ ਬਣਦੀ ਹੈ। ਠੀਕ ਹੈ, ਹੁਣ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ ਕਿ ਇਹ ਹੈ ਕੀ ਹੈ, ਦੈਨ ਵੀ ਵਿਲ ਮੂਵ ਫਾਰਵਰਡ। possession of tax invoice, debit note and other duty paying document। ठीक है, ਤਿੰਨਾਂ ਚੋਂ ਇੱਕ। For satisfaction of this clause, we have to look at Rule 36 of PGST 2017, which provides documentary requirement and condition for claiming the ITC. Further, proviso to sub-rule 2 of Rule 36, ਅਸੀਂ already discuss ਕੀਤਾ, has been added by notification number 39 2018। ਉਹਦੇ 'ਚ 5 ਚੀਜ਼ਾਂ ਨੇ। ਨੰਬਰ 1 amount of tax charge, description of goods and services or both, quantity यानी value, 3 ਨੰਬਰ ਦੋਨਾਂ ਦੇ ਸਪਲਾਇਰ ਤੇ ਰਸੀਪੀਐਂਟ ਦੇ, ਤੇ ਜੇ ਇੰਟਰਸਟੇਟ ਹੈ ਤਾਂ ਪਲੇਸ ਆਫ ਸਪਲਾਈ। ਹੁਣ ਆਪਾਂ ਇਸ ਚੀਜ਼ ਨੂੰ ਰਿਵਾਈਜ਼ ਕਰਕੇ ਅੱਗੇ ਵਧਦੇ ਹਾਂ। ਆਪਾਂ ਦੇਖਿਆ ਕਿ ਐਲੀਜੀਬਿਲਟੀ ਕਿਵੇਂ ਬਣਨੀ ਹੈ। ਸੈਕਸ਼ਨ 16 ਸਬ ਸੈਕਸ਼ਨ 2, ਰੂਲ 36 ਸਬ ਰੂਲ 2 ਪ੍ਰੋਵੀਜ਼ੋ 1। ਜਿਹੜੀ ਪ੍ਰੋਵੀਜ਼ੋ ਕਦੋਂ ਆਈ? ਨੋਟੀਫਿਕੇਸ਼ਨ ਨੰਬਰ 39 ਆਫ 2018। ਡਾਕੂਮੈਂਟਸ ਕਿਹੜੇ ਹੋ ਸਕਦੇ ਨੇ? ਟੈਕਸੀਬਲ ਇਨਵੋਇਸ, ਡੈਬਿਟ ਨੋਟ, ਐਨੀ ਡਾਕੂਮੈਂਟ ਦੈਟ ਪ੍ਰੂਵਸ ਦਾ ਡਿਊਟੀ ਪੇਮੈਂਟ। ਠੀਕ ਹੈ, ਹੁਣ ਹੋਣਾ ਕੀ ਚਾਹੀਦਾ? ਸਭ ਤੋਂ ਪਹਿਲਾਂ ਟੈਕਸ ਚਾਰਜ ਦੀ ਡਿਟੇਲ ਹੋਵੇ, ਗੁੱਡਸ ਐਂਡ ਸਰਵਿਸਿਜ਼ ਦੀ ਡਿਟੇਲ ਹੋਵੇ, ਗੁੱਡਸ ਐਂਡ ਸਰਵਿਸ ਦੀ ਵੈਲਿਊ ਹੋਵੇ, ਫਿਰ ਰਸੀਪੀਐਂਟ ਤੇ ਸਪਲਾਇਰ ਦਾ GSTN ਹੋਵੇ, ਤੇ ਜੇ ਇੰਟਰਸਟੇਟ ਹੈ ਤਾਂ ਪਲੇਸ ਹੋਵੇ, ਪਲੇਸ ਆਫ ਸਪਲਾਈ ਮੈਂਸ਼ਨ। ਕਲੀਅਰ? ਹੁਣ ਆਪਾਂ ਆਉਂਦੇ ਹਾਂ ਕਿ ਗੁੱਡਸ ਤੇ ਸਰਵਿਸਿਜ਼ ਦੀ ਰਿਸੀਵ ਜਿਹੜੀ ਹੈਗੀ ਹੈ ਉਹਦੀ ਕੰਡੀਸ਼ਨ ਕੀ ਹੈ। ਗੁੱਡਸ ਐਂਡ ਸਰਵਿਸਿਜ਼ ਰਿਸੀਵ ਹੋਈਆਂ, ਉਹਦੀ ਕੰਡੀਸ਼ਨ ਕੀ ਹੈ? GST ਐਕਟ 'ਚ ਕਹਿੰਦੇ ਨੇ ਕਿ ਰਸੀਪੀਐਂਟ ਨੂੰ ਅਸੀਂ ਮੰਨਾਂਗੇ ਕਿ ਗੁੱਡਸ ਮਿਲ ਗਈ ਜੇਕਰ ਉਹਨੇ ਜਾਂ ਤਾਂ ਗੁੱਡਸ ਆਪ ਰਿਸੀਵ ਕੀਤੀਆਂ ਜਾਂ ਉਹਦੀ ਡਾਇਰੈਕਸ਼ਨਸ 'ਤੇ ਕਿਸੇ ਹੋਰ ਕੋਲ ਗੁੱਡਸ ਰਿਸੀਵ ਹੋਈਆਂ ਜਿਹਨੂੰ ਉਹਨੇ ਕਿਹਾ ਕਿ ਗੁੱਡਸ ਪਹੁੰਚਾ ਦਿਓ। ਕਲੀਅਰ? ਸੇਮ ਹੈਗਾ ਸਰਵਿਸ 'ਚ। ਜੇ ਬੰਦੇ ਨੇ ਆਪ ਰਿਸੀਵ ਕਰ ਲਈ ਸਰਵਿਸ ਜਾਂ ਉਸ ਰਸੀਪੀਐਂਟ ਦੀ ਡਾਇਰੈਕਸ਼ਨ 'ਤੇ ਸਪਲਾਇਰ ਨੇ ਜਿੱਥੇ ਉਹਨੇ ਕਿਹਾ ਉੱਥੇ ਸਰਵਿਸ ਪਹੁੰਚਾ ਦਿੱਤੀ। ਠੀਕ ਹੈ, ਇਹਦੀ ਲੈਂਗੁਏਜ ਆਪਾਂ ਦੇਖ ਲੈਂਦੇ ਕੀ ਆ। A registered person shall be deemed to have received the goods where the goods are delivered by the supplier to recipient or any other person on the direction of such a registered person, whether acting as an agent or otherwise, before or during the movement of goods, either by way of transfer of document of title of goods or otherwise। ठीक है, ਹੁਣ ਸਰਵਿਸਿਜ਼ ਦਾ ਕੀ ਹੈ? The services are provided by the supplier to any person on the direction of or account of such registered person। ਜਾਂ ਤਾਂ ਆਪ ਲੈ ਲੂਗਾ ਜਾਂ ਉਹਦੀ ਡਾਇਰੈਕਸ਼ਨ ਜਿੱਥੇ ਉਹਨੇ ਕਿਹਾ ਉੱਥੇ ਪਹੁੰਚ ਗਈ। ਸੋ ਪਹਿਲੀ ਕੰਡੀਸ਼ਨ ਆਪਾਂ ਕੀਤੀ ਰਜਿਸਟਰਡ ਪਰਸਨ ਦੀ ਫॉर ਕੇਸ ਆਫ ਗੁੱਡਸ, ਫਿਰ ਕੀਤੀ ਸਰਵਿਸ। ਤੀਸਰਾ ਹੁਣ ਹੈਗਾ ਕਿ ਪ੍ਰਿੰਸੀਪਲ ਦੇ ਕੋਲ ਮਾਲ ਨਹੀਂ ਪਹੁੰਚਿਆ, ਉਹਦੇ ਏਜੰਟ ਕੋਲ ਪਹੁੰਚ ਗਿਆ, ਤਾਂ ਅਸੀਂ ਮੰਨਾਂਗੇ ਕਿ ਉਹ ਪ੍ਰਿੰਸੀਪਲ ਜਿਹੜਾ ਹੈਗਾ ਉਸ ITC ਦਾ ਕਲੇਮ ਲੈ ਸਕਦਾ। ਠੀਕ ਹੈ ਜੀ। ਜੇ ਪ੍ਰਿੰਸੀਪਲ ਕੋਲ ਮਾਲ ਨਹੀਂ ਪਹੁੰਚਿਆ, ਸਿੱਧਾ ਉਹਦੇ ਏਜੰਟ ਉਹਦੇ ਜੌਬ ਵਰਕਰ ਕੋਲ ਪਹੁੰਚ ਗਿਆ, ਜੌਬ ਵਰਕਰ ਕੋਲ ਪਹੁੰਚ ਗਿਆ, ਤਾਂ ਉਹ ਮੰਨਾਂਗੇ ਕਿ ਪ੍ਰਿੰਸੀਪਲ ਕੋਲ ITC ਦਾ ਆ ਗਿਆ। ਇਹਦੀ ਲੈਂਗੁਏਜ ਕੀ ਹੈ ਦੇਖੋ। The principal shall be entitled to avail ITC in relation to goods sent directly to the premises of job worker। ਕਲੀਅਰ? ਹੁਣ ਆ ਗਿਆ ਸੈਕਸ਼ਨ 16 ਸਬ ਸੈਕਸ਼ਨ 2 ਦਾ ਪ੍ਰੋਵਾਈਜ਼ੋ ਨੰਬਰ 1 ਕੀ ਹੈ। ਸੈਕਸ਼ਨ 16 ਸਬ ਸੈਕਸ਼ਨ 2 ਦਾ ਪ੍ਰੋਵੀਜ਼ਨ ਨੰਬਰ 1 ਜਿਹੜਾ ਹੈਗਾ ਉਹ ਕਹਿੰਦਾ ਹੈ ਕਿ ਜੇ ਗੁੱਡਸ ਇੰਸਟਾਲਮੈਂਟਸ 'ਚ ਆ ਰਹੀਆਂ ਨੇ ਤਾਂ ਜਦੋਂ ਲਾਸਟ ਇੰਸਟਾਲਮੈਂਟ ਪਹੁੰਚੇਗੀ ਉਦੋਂ ਉਹਦਾ ITC ਮਿਲੇਗਾ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ। ਸੈਕਸ਼ਨ 16 ਸਬ ਸੈਕਸ਼ਨ 2 ਦਾ ਪ੍ਰੋਵੀਜ਼ੋ ਕਹਿੰਦਾ ਹੈਗਾ ਕਿ ਜੇ ਗੁੱਡਸ ਇੰਸਟਾਲਮੈਂਟਸ 'ਚ ਆ ਰਹੀਆਂ ਤਾਂ ਜਦੋਂ ਲਾਸਟ ਇੰਸਟਾਲਮੈਂਟ ਗੁੱਡਸ ਆਏਗੀ ਤਾਂ ਉਸ ਟਾਈਮ ITC ਮਿਲੇਗਾ। ਠੀਕ ਹੈ, ਇਹਦੀ ਲੈਂਗੁਏਜ ਪੜ੍ਹ ਲੈਂਦੇ ਆਪਾਂ। First proviso to subsection 2 of section 16 provides that where the goods are being received in lots or installment, registered person shall be entitled to take credit upon the receipt of the last lot of installment। ਠੀਕ ਹੈ, ਹੁਣ ਪਹਿਲਾਂ ਆਪਾਂ ਕੀਤਾ ਐਲੀਜੀਬਿਲਿਟੀ, ਫਿਰ ਆਪਾਂ ਕੀਤਾ ਰਿਸੀਵ ਜਿਹੜਾ ਹੋਣਾ ਗੁੱਡ ਸਰਵਿਸ, ਉਹਦੀ ਕੰਡੀਸ਼ਨਸ ਕੀ ਨੇ। 4 ਕੰਡੀਸ਼ਨ ਆਪਾਂ ਕੀਤੀਆਂ। ਸਭ ਤੋਂ ਪਹਿਲਾਂ ਗੁੱਡਸ ਦੀ ਕੀਤੀ ਕਿ ਗੁੱਡਸ ਜਾਂ ਤਾਂ ਰਜਿਸਟਰਡ ਪਰਸਨ ਕੋਲ ਆਪ ਆ ਗਈਆਂ ਜਾਂ ਉਹਦੀ ਡਾਇਰੈਕਸ਼ਨ 'ਤੇ ਜਿੱਥੇ ਭੇਜਣੀਆਂ ਸੀ ਉੱਥੇ ਭੇਜ ਦਿੱਤੀਆਂ ਗਈਆਂ ਔਨ ਹਿਸ ਡਾਇਰੈਕਸ਼ਨਸ। ਸੇਮ ਇਜ਼ ਵਿਦ ਸਰਵਿਸ। ਦੈਨ ਵੀ ਸੈਟ ਕਿ ਜੇ ਪ੍ਰਿੰਸੀਪਲ ਕੋਲ ਮਾਲ ਨਹੀਂ ਆਇਆ, ਡਾਇਰੈਕਟਲੀ ਉਹਦੇ ਜੌਬ ਵਰਕਰ ਕੋਲ ਚਲਾ ਗਿਆ, ਤਾਂ ਵੀ ਉਸ ਦਾ ਉਹ ITC ਕਲੇਮ ਕਰ ਸਕਦਾ। ਠੀਕ ਹੈ, ਉਹ ਐਲੀਜੀਬਲ ਹੈ। ਲਾਸਟ ਹੈਗਾ
ਕਿ ਜੇ ਇੰਸਟਾਲਮੈਂਟਸ ਗੁੱਡਸ ਜਾ ਰਹੀਆਂ ਨੇ ਤਾਂ ਜਦੋਂ ਲਾਸਟ ਇੰਸਟਾਲਮੈਂਟ ਪਹੁੰਚੇਗੀ ਉਦੋਂ ਉਹਦਾ ਆਈਟੀਸੀ ਕਲੇਮ ਹੋਏਗਾ ਐਜ਼ ਪਰ ਸੈਕਸ਼ਨ 16 ਸਬਸੈਕਸ਼ਨ 2 ਪ੍ਰੋਵੀਜ਼ਨ ਨੰਬਰ 1। ਓਕੇ, ਹੁਣ ਆਪਾਂ ਆ ਗਏ ਟੈਕਸ ਚਾਰਜਡ ਜਦੋਂ ਹੋ ਗਿਆ ਤਾਂ ਉਹ ਜਿਹੜਾ ਟੈਕਸ ਹੈਗਾ ਜਾਂ ਤਾਂ ਉਹ ਆਈਟੀਸੀ ਨਾਲ ਪੇ ਹੋਇਆ ਹੋਵੇ ਜਾਂ ਉਹ ਕੈਸ਼ ਨਾਲ ਪੇ ਹੋਇਆ ਹੋਵੇ, ਤਾਂ ਹੀ ਉਹ ਆਈਟੀਸੀ ਜਿਹੜਾ ਹੈਗਾ ਉਹ ਮੰਨਿਆ ਜਾਊਗਾ। ਠੀਕ ਹੈ, tax charged in respect of such supply has been actually paid to the government either by cash or through utilization of the input tax credit। ਤੇ ਲਾਸਟ ਕੰਡੀਸ਼ਨ ਹੈਗੀ ਹੈ ਕਿ ਰਿਟਰਨ ਭਰੀ ਹੋਵੇ ਐਜ਼ ਪਰ ਸੈਕਸ਼ਨ 39। ਹੁਣ ਆਪਾਂ ਇਹਨਾਂ ਚਾਰਾਂ ਨੂੰ ਫਟਾਫਟ ਕਰ ਲਈਏ ਜਿਹੜੀਆਂ ਆਪਾਂ ਚਾਰ ਟੌਪਿਕਸ ਪਹਿਲਾਂ ਕੀਤੇ। ਪਹਿਲਾਂ ਆਪਾਂ ਕੀਤਾ ਐਲੀਜੀਬਿਲਿਟੀ ਕਿਵੇਂ ਬਣਦੀ ਹੈ। ਐਲੀਜੀਬਿਲਿਟੀ ਦਾ ਸੈਕਸ਼ਨ 16 ਸਬ ਸੈਕਸ਼ਨ 2 ਰੂਲ 36 ਸਬ ਰੂਲ 2 ਪ੍ਰੋਵੀਜ਼ੋ ਜਿਹੜਾ ਕਿ ਐਡ ਹੋਇਆ ਡਿਊਰਿੰਗ ਦਾ ਨੋਟੀਫਿਕੇਸ਼ਨ 39 ਆਫ 2018। ਠੀਕ ਹੈ, ਇਹਦੇ 'ਚੋਂ ਕੀ ਕਹਿੰਦੇ ਹੈਗੇ ਨੇ ਕਿ ਤਿੰਨ ਚੀਜ਼ਾਂ ਹੋ ਸਕਦੀਆਂ ਨੇ। ਟੈਕਸੇਬਲ ਇਨਵਾਇਸ ਹੋ ਸਕਦੀ ਹੈ, ਦੂਸਰਾ ਹੈਗਾ ਤੁਹਾਡਾ ਡੈਬਿਟ ਨੋਟ ਹੋ ਸਕਦਾ ਹੈ, ਤੀਸਰਾ ਐਨੀ ਅਦਰ ਡਾਕੂਮੈਂਟ ਵਿਚ ਰਿਫਲੈਕਟਸ ਦਾ ਡਿਊਟੀ ਪੇਮੈਂਟ। ਪੰਜ ਚੀਜ਼ਾਂ ਦੀ ਲੋੜ ਹੋਏਗੀ। ਪਹਿਲੀ ਹੈਗੀ ਕਿ ਟੈਕਸ ਚਾਰਜ ਹੋਇਆ ਹੋਵੇ, ਦੂਸਰਾ ਜਿਹੜਾ ਟੈਕਸ ਚਾਰਜ ਹੋਇਆ ਉਹਦੀ ਗੁੱਡਸ ਐਂਡ ਸਰਵਿਸਿਜ਼ ਕਿਹੜੀਆਂ ਸੀਗੀਆਂ, ਗੁੱਡ ਸਰਵਿਸ ਦੀ ਵੈਲਿਊ ਕੀ ਸੀਗੀ, 3 ਨੰਬਰ ਕੀ ਸੀਗੇ ਸਪਲਾਇਰ ਤੇ ਰਿਸੀਪੀਐਂਟ ਦੇ, ਤੇ ਇੰਟਰਸਟੇਟ ਸਪਲਾਈ ਦੀ ਪਲੇਸ ਆਫ ਸਪਲਾਈ ਮੈਂਸ਼ਨ ਹੋਵੇ ਕੰਪਲੀਟ। ਉਸ ਤੋਂ ਬਾਅਦ ਕੀਤਾ ਕਿ ਰਿਸੀਵ ਜਿਹੜੀਆਂ ਹੋਣੀਆਂ ਗੁੱਡਸ ਉਹਦੀ ਕੰਡੀਸ਼ਨ ਕੀ ਹੈ, ਗੁੱਡਸ ਦੇਖੀ, ਸਰਵਿਸ ਦੇਖੀ, ਸਪਲਾਇਰ ਦੇ ਕੋਲੋਂ ਸਿੱਧਾ ਚਲਾ ਗਿਆ ਜੌਬ ਵਰਕਰ ਕੋਲ ਆਫ ਪ੍ਰਿੰਸੀਪਲ ਤਾਂ ਵੀ ਲੈ ਸਕਦਾ ਹੈ। ਜੇ ਇੰਸਟਾਲਮੈਂਟਸ ਹੈਗਾ ਤਾਂ ਲਾਸਟ ਇੰਸਟਾਲਮੈਂਟ ਤੇ ਮਿਲੂਗਾ ਸੈਕਸ਼ਨ 16 ਸਬਸੈਕਸ਼ਨ 2 ਪ੍ਰੋਵੀਜ਼ਨ ਨੰਬਰ 1। ਫਿਰ ਆਪਾਂ ਕੀਤਾ ਕਿ ਟੈਕਸ ਜਿਹੜਾ ਹੈਗਾ ਚਾਰਜ ਹੋਇਆ ਉਹ ਪੇ ਹੋਇਆ ਹੋਵੇ ਟੂ ਦ ਗਵਰਨਮੈਂਟ ਈਦਰ ਥਰੂ ਆਈਟੀਸੀ ਔਰ ਥਰੂ ਕੈਸ਼। ਤੇ ਲਾਸਟ ਆਪਾਂ ਕੀ ਕੀਤਾ, ਲਾਸਟ ਆਪਾਂ ਕੀਤਾ ਕਿ ਰਿਟਰਨ ਭਰੀ ਹੋਵੇ ਐਜ਼ ਪਰ ਸੈਕਸ਼ਨ 39। ਠੀਕ ਹੈ, ਹੁਣ ਆਪਾਂ ਆਉਂਦੇ ਹਾਂ ਪੇਮੈਂਟ। ਪੇਮੈਂਟ ਜਿਹੜੀ ਹੈਗੀ ਹੈ ਇਹ ਧਿਆਨ ਨਾਲ ਸਮਝੋ। ਸਪਲਾਇਰ ਨੇ ਰਿਸੀਪੀਐਂਟ ਨੂੰ ਮਾਲ ਦਿੱਤਾ, ਠੀਕ ਹੈ, ਰਿਸੀਪੀਐਂਟ ਨੇ ਉਸ ਮਾਲ ਦੇ ਅਗੇਂਸਟ ਆਈਟੀਸੀ ਅਵੇਲ ਕਰ ਲਿਆ, ਠੀਕ ਹੈ, ਪਰ ਉਹਨੇ ਪੇਮੈਂਟ ਨਹੀਂ ਦਿੱਤੀ ਸਪਲਾਇਰ ਨੇ। ਹੁਣ ਆਪਾਂ ਦੇਖਣਾ ਹੈਗਾ ਇਨਵੋਇਸ ਇਸ਼ੂ ਹੋਣ ਦੀ ਡੇਟ ਤੋਂ 180 ਦਿਨ ਦੇ ਵਿੱਚ ਉਹਨੇ ਉਹ ਪੇਮੈਂਟ ਕਰਨੀ। ਜੇ ਉਹਨੇ 180 ਦਿਨ ਦੇ ਵਿੱਚ ਪੇਮੈਂਟ ਨਹੀਂ ਕੀਤੀ ਤਾਂ ਜਿਹੜਾ ਉਸ ਇਨਵੋਇਸ ਉਸ ਪੇਮੈਂਟ ਦੇ ਉੱਤੇ ਜਿਹੜਾ ਟੈਕਸ ਬਣਦਾ ਸੀ ਉਹ ਟੈਕਸ ਦੇ ਜਿੰਨੀ ਆਊਟਸਟੈਂਡਿੰਗ ਲਾਇਬਿਲਿਟੀ ਬਣੂਗੀ ਨਾਲ ਇੰਟਰਸਟ ਦੇਣਾ ਪਊਗਾ। ਮੈਂ ਦੁਬਾਰਾ ਰਿਪੀਟ ਕਰਦਾ, ਸਪਲਾਇਰ ਨੇ ਰਿਸੀਪੀਐਂਟ ਨੂੰ ਮਾਲ ਦਿੱਤਾ, ਠੀਕ ਹੈ, ਰਿਸੀਪੀਐਂਟ ਨੇ ਉਸ ਮਾਲ ਨੂੰ ਆਪਣੀ ਕਿਤਾਬਾਂ 'ਚ ਪਾ ਲਿਆ, ਰਿਟਰਨ ਸ਼ੋਅ ਕਰਤਾ, ਉਹਦਾ ਆਈਟੀਸੀ ਅਵੇਲ ਕਰ ਲਿਆ, ਠੀਕ ਹੈ। ਜਿਸ ਦਿਨ ਉਹ ਡੇਟ ਆਫ ਇਸ਼ੂ ਆਫ ਇਨਵੋਇਸ ਹੈ ਉਸ ਦਿਨ ਤੋਂ 180 ਦਿਨ ਦੇ ਅੰਦਰ ਉਹਨੇ ਪੇਮੈਂਟ ਕਰਨੀ ਸੀ ਸਪਲਾਇਰ। ਜੇ ਪੇਮੈਂਟ ਨਹੀਂ ਕੀਤੀ ਤਾਂ ਉਸ ਟ੍ਰਾਂਜੈਕਸ਼ਨ ਦੇ ਅੰਦਰ ਜਿੰਨਾ ਆਈਟੀਸੀ ਉਹਨੇ ਅਵੇਲ ਕੀਤਾ ਉਨੀ ਉਹਦੀ ਆਊਟਸਟੈਂਡਿੰਗ ਲਾਇਬਿਲਿਟੀ ਬਣੂਗੀ, ਪਲੱਸ ਉਨੇ ਦਿਨਾਂ ਦਾ ਉਹਨੂੰ ਇੰਟਰਸਟ ਦੇਣਾ ਪੈਣਾ, ਠੀਕ ਹੈ। ਹੁਣ ਇਹਦੇ ਦੋ ਗੱਲਾਂ ਨੇ, ਜਿਹੜੀ ਤਾਂ ਪੇਮੈਂਟ ਕਦ ਤੱਕ ਆਣੀ ਸੀ ਉਹ ਕੈਲਕੂਲੇਟ ਕਰਨੀ ਹੈ ਤਾਂ ਆਪਾਂ ਕੈਲਕੂਲੇਟ ਕਰਾਂਗੇ 180 ਦਿਨ ਫਰੋਮ ਦ ਡੇਟ ਆਫ ਇਸ਼ੂ ਆਫ ਇਨਵੋਇਸ। ਤੇ ਜਿਹੜਾ ਇੰਟਰਸਟ ਕੈਲਕੂਲੇਟ ਕਰਨਾ ਹੈ ਉਹ ਕਰਾਂਗੇ ਜਿਸ ਦਿਨ ਉਸ ਬੰਦੇ ਨੇ ਆਪਣੀ ਰਿਟਰਨ ਭਰੀ, ਠੀਕ ਹੈ, ਉਸ ਦਿਨ ਤੋਂ ਇੰਟਰਸਟ ਕੈਲਕੂਲੇਟ ਹੋਣਾ ਸ਼ੁਰੂ ਹੋਊਗਾ। ਇੱਥੇ ਇੱਕ ਹੋਰ ਚੀਜ਼ ਜ਼ਰੂਰੀ ਹੈ, ਉਹਨੇ ਆਈਟੀਸੀ ਯੂਟੀਲਾਈਜ਼ ਕੀਤਾ ਜਾਂ ਨਹੀਂ ਕੀਤਾ ਇਟ ਇਜ਼ ਇਮਟੀਰੀਅਲ। ਉਹਨੇ ਆਈਟੀਸੀ ਅਵੇਲ ਕਰ ਲਿਆ ਦੈਟ ਇਜ਼ ਦਾ ਥਿੰਗ, ਤਾਂ ਅਸੀਂ ਇੰਟਰਸਟ ਲਵਾਂਗੇ। ਕਲੀਅਰ ਹੈ? ਮੇਰੇ ਤੱਕ ਪੜ੍ਹ ਲੈਣੇ ਆਪਾਂ ਕੀ ਹੈਗਾ ਇਹ। ਆਲਦੋ ਜਿਹੜੀਆਂ ਉੱਪਰਲੀਆਂ ਕੰਡੀਸ਼ਨ ਬਾਰੇ ਗੱਲ ਹੋਣੀ, ਜਿਹੜੀਆਂ ਚਾਰ ਆਪਾਂ ਕੰਡੀਸ਼ਨਸ ਪੜ੍ਹੀਆਂ ਆਲਰੇਡੀ ਆਪਾਂ, although the above conditions do not link the availment of ITC with the payment of value of goods and services received, it has been specifically provided in second proviso of section 16 subsection 2 that where a recipient fails to pay to the supplier of the goods and services of both other than the supplies on which tax is payable on reverse charge basis, the amount towards the value of supply along with tax payable thereon within a period of 180 days from the date of issue of invoice by the supplier, an amount equal to the ITC credit availed by the recipient shall be added to his output tax liability along with the interest। ठीक है जी। ਹੁਣ इंटरस्ट किस कैलकुलेट करना है? इंटरस्ट कैलकुलेट करना है रूल 37
सब रूल 3, ये ध्यान रखना है। इंटरस्ट कैलकुलेट होएगा अंडर रूल 37 सब रूल 3, ठीक है। ਹੁਣ ਇਹ 'ਚ ਇਹ ਇੱਕ ਇੰਪੋਰਟੈਂਟ ਹੈਗਾ ਜਿਹੜੀ ਪਹਿਲਾਂ ਹੀ ਆਪਾਂ ਡਿਸਕਸ ਕਰ ਲਿਆ ਕਿ ਜਿਹੜਾ ਤਾਂ ਪੇਮੈਂਟ ਦੀ ਡਿਊ ਡੇਟ ਕੱਢਣੀ ਹੈ ਉਹ ਕੱਢਣੀ ਹੈ ਇਨਵੋਇਸ ਤੋਂ 180 ਦਿਨ, ਇੰਟਰਸਟ ਜਦੋਂ ਰਿਟਰਨ ਭਰੀਗੀ, ਠੀਕ ਹੈ। ਇਹ ਵੀ ਆਪਾਂ ਦੇਖ ਲੈਂਦੇ ਹਾਂ। ਆ ਦੇਖੋ, ਦ ਇੰਟਰਸਟ ਸ਼ੈਲ ਬੀ ਪੇਏਬਲ from the date of filing of the return in which the ITC was availed. Clear? ਤੇ ਉਹ ਆਪਾਂ ਪੜ੍ਹ ਹੀ ਲਿਆ ਕਿ ITC ਨੂੰ ਯੂਟਿਲਾਈਜ਼ ਕਰਨਾ ਕੰਡੀਸ਼ਨ ਨਹੀਂ ਹੈ, ਅਵੇਲ ਕਰ ਲਿਆ, that is the thing. Okay, ਇਹ ਪੜ੍ਹ ਦੇਣਾ। Hence, even if the ITC availed is not utilized, the interest is required to be paid. ਠੀਕ ਹੈ। ਹੁਣ ਕੁਝ ਸਪਲਾਈਜ਼ ਨੂੰ ਉਹਨਾਂ ਨੇ ਐਗਜ਼ੈਂਪਟ ਕੀਤਾ ਇਸ ਪੂਰੇ ਐਂਬਿਟ ਚੋਂ, ਜਿਹੜੀ ਇਹ ਪੇਮੈਂਟ ਵਾਲੀ ਐਂਬਿਟ ਹੈਗੀ, ਇਸ ਚੋਂ ਕੁਝ ਸਪਲਾਈ ਉਹਨਾਂ ਨੇ ਐਗਜ਼ੈਂਪਟ ਕੀਤਾ। ਉਹ ਕਿਹੜੀਆਂ ਸਪਲਾਈਜ਼ ਨੇ? ਸਭ ਤੋਂ ਪਹਿਲਾਂ ਹੈਗਾ ਆਰਸੀਐਮ ਦਾ ਕਾਰਨ ਕਿਉਂ ਹੈ? ਕਿਉਂਕਿ ਸਪਲਾਇਰ ਨੂੰ ਪੈਸੇ, ਸਪਲਾਇਰ ਨੂੰ ਟੈਕਸ ਤਾਂ ਆਉਣਾ ਨਹੀਂ, ਉਹ ਤਾਂ ਉਹਨੇ ਆਪ ਪੇ ਕਰਨਾ ਰਿਸੀਪੀਐਂਟ ਨੇ, ਇਸ ਕਰਕੇ ਪਹਿਲਾਂ ਆ ਗਿਆ ਆਰਸੀਐਮ। ਦੂਸਰਾ ਆ ਗਿਆ ਤੁਹਾਡਾ ਜਿਹੜਾ ਕਿ ਸ਼ਡਿਊਲ 1 ਹੈ, ਕਿਉਂਕਿ ਉਹ 'ਚ ਕੰਸੀਡਰੇਸ਼ਨ ਹੋਵੇ ਨਾ ਹੋਵੇ ਜ਼ਰੂਰੀ ਨਹੀਂ ਹੈ, ਸ਼ਡਿਊਲ 1, ਠੀਕ ਹੈ। ਤੀਸਰਾ ਹੈਗਾ ਜਿਹੜਾ ਕਿ ਸਬ ਕਲੌਜ਼ B ਆਫ ਸਬਸੈਕਸ਼ਨ 2 ਆਫ ਸੈਕਸ਼ਨ 15 ਦੇ ਅੰਦਰ ਜਿਹੜੀ ਹੈਗੀ ਆ, ਉਹ 'ਚ ਕੀ ਹੁੰਦਾ ਹੈਗਾ ਕਿ ਸਪਲਾਇਰ ਨੇ ਉਹ ਦੇਣਾ ਸੀਗਾ ਪਰ ਰਿਸੀਪੀਐਂਟ ਨੇ ਉਹ ਪੇ ਕੀਤਾ ਹੈਗਾ। ਮੈਂ ਤੁਹਾਨੂੰ ਲੈਂਗੁਏਜ ਦੱਸ ਦਿੰਦਾ, ਉਹਦੀ ਲੈਂਗੁਏਜ ਕੀ ਹੈਗੀ ਹੈ। ਇਹ ਹੈਗੀ ਹੈ ਸੈਕਸ਼ਨ 15 ਦਾ ਸਬਸੈਕਸ਼ਨ 2 ਦਾ ਕਲੌਜ਼ B, any amount that the supplier is liable to pay in relation to such supply which has been incurred by the recipient of the supply and not including the price actually paid and payable for the goods and services of both. So ਇਹ ਤਿੰਨ ਚੀਜ਼ਾਂ ਯਾਦ ਰੱਖਿਓ ਕਿ ਇਹ 'ਚ ਜਿਹੜੀਆਂ ਐਕਸੈਪਸ਼ਨਸ ਨੇ ਪੇਮੈਂਟ 'ਚ, ਪਹਿਲਾਂ ਤਾਂ ਰਿਵਰਸ ਚਾਰਜ ਮੈਕੈਨਿਜ਼ਮ, ਦੈਨ ਸ਼ਡਿਊਲ 1, ਦੈਨ ਸੈਕਸ਼ਨ 15 ਸਬਸੈਕਸ਼ਨ 2 ਦੇ ਕਲੌਜ਼ B 'ਚ ਜਿਹੜੀਆਂ ਚੀਜ਼ਾਂ ਆਉਣਗੀਆਂ, ਠੀਕ ਹੈ। ਹੁਣ ਆਪਾਂ ਪੇਮੈਂਟ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਪੇਮੈਂਟ 'ਚ ਕੀ ਸੀਗਾ, ਉਹਨਾਂ ਨੇ ਕਿਹਾ ਜੀ ਜਦੋਂ ਕੋਈ ਟੈਕਸੇਬਲ ਇਨਵੋਇਸ ਰੇਜ਼ ਹੋਈ ਉਸ ਤੋਂ 180 ਦਿਨ ਦੇ ਅੰਦਰ ਅੰਦਰ ਪੇਮੈਂਟ ਹੋਣੀ ਚਾਹੀਦੀ ਹੈ, ਠੀਕ ਹੈ। ਜੇ 180 ਦਿਨ ਦੀ ਪੇਮੈਂਟ ਨਹੀਂ ਹੁੰਦੀ ਤਾਂ ਉਹ ਜਿਹੜਾ ITC ਉਹਨੇ ਅਵੇਲ ਕੀਤਾ ਉਸ ਟ੍ਰਾਂਜੈਕਸ਼ਨ 'ਚ, ਉਹ ਉਹਦੀ ਆਊਟਸਟੈਂਡਿੰਗ ਲਾਇਬਿਲਿਟੀ ਚੱਲ ਜਾਏਗਾ, ਪਲੱਸ ਉਹਦਾ ਇੰਟਰਸਟ ਆਪਾਂ ਲਵਾਂਗੇ ਅੰਡਰ ਰੂਲ 37 ਸਬ ਰੂਲ 3, ਠੀਕ ਹੈ। ਹੁਣ ਇਹਦੇ ਧਿਆਨ ਕੀ ਰੱਖਣਾ ਹੈ, ਇੰਟਰਸਟ ਆਪਾਂ ਕੈਲਕੂਲੇਟ ਕਰਨਾ ਜਿਸ ਦਿਨ ਉਹਨੇ ਆਪਣੀ ਰਿਟਰਨ 'ਚ ਉਹ ITC ਅਵੇਲ ਕੀਤਾ, ਠੀਕ ਹੈ। ਪੇਮੈਂਟ ਡਿਊ ਕਿਤਨ ਕੱਢਣੀ? ਜਿਸ ਦਿਨ 180 ਦਿਨ ਫਰੋਮ ਦ ਡੇਟ ਆਫ ਇਸ਼ੂ ਆਫ ਇਨਵੋਇਸ, ਠੀਕ ਹੈ। ITC ਯੂਟਿਲਾਈਜ਼ ਹੋਣਾ ਸ਼ਰਤ ਨਹੀਂ ਹੈ, ITC ਅਵੇਲ ਹੋਣਾ ਸ਼ਰਤ ਹੈ, ਠੀਕ ਹੈ। ਐਕਸੈਪਸ਼ਨਸ 3 ਨੇ। ਪਹਿਲੀ ਐਕਸੈਪਸ਼ਨ ਰਿਵਰਸ ਚਾਰਜ ਵਾਲੀ, ਦੂਸਰੀ ਐਕਸੈਪਸ਼ਨ ਸ਼ਡਿਊਲ 1, ਤੀਸਰੀ ਐਕਸੈਪਸ਼ਨਸ ਜਿਹੜੀਆਂ ਕੇਸਿਸ ਆਉਣਗੇ ਸੈਕਸ਼ਨ 15 ਸਬਸੈਕਸ਼ਨ 2 ਕਲੌਜ਼ B, ਓਕੇ। ਫਿਰ ਆਪਾਂ ਇਹ 'ਚ ਆ ਗਏ ਅੱਗੇ ਕਿ ਹੁਣ ਜਦੋਂ ਅਸੀਂ ਉਹ ITC ਰਿਵਰਸ ਕਰਤਾ, ਠੀਕ ਹੈ। ਫਿਰ ਸੈਕਸ਼ਨ 16 ਸਬਸੈਕਸ਼ਨ 2 ਦਾ ਪ੍ਰੋਵੀਜ਼ੋ 3 ਕਹਿੰਦਾ ਹੈ ਕਿ ਉਹ ਬੰਦਾ ਜਦੋਂ ਵੀ ਉਹ ਪੇਮੈਂਟ ਕਰੂਗਾ ਉਸ ਦਿਨ ਉਹ ਉਸ ITC ਨੂੰ ਅਵੇਲ ਕਰ ਸਕਦਾ। ਮੈਂ ਦੁਬਾਰਾ ਦੱਸਦਾ, ਪਹਿਲਾਂ ਅਸੀਂ ਇੱਕ ਕੰਡੀਸ਼ਨ ਪੜ੍ਹੀ ਕਿ ਬੰਦੇ ਨੇ ਮਾਲ ਖਰੀਦਿਆ, 180 ਦਿਨ ਤੱਕ ਪੇਮੈਂਟ ਨਹੀਂ ਦਿੱਤੀ, ਜੇ ਪੇਮੈਂਟ ਨਹੀਂ ਦਿੱਤੀ ਤਾਂ ITC ਜਿਹੜਾ ਅਵੇਲ ਕੀਤਾ ਰਿਵਰਸ ਹੋ ਗਿਆ, ਪਲੱਸ ਇੰਟਰਸਟ ਪੇ ਹੋਊਗਾ। ਉਸ ਤੋਂ ਬਾਅਦ ਉਸ ਬੰਦੇ ਨੇ ਉਹ ਪੇਮੈਂਟ ਕਰਤੀ, ਜਦੋਂ ਪੇਮੈਂਟ ਉਹਨੂੰ ਕਰਤੀ ਟੈਕਸ ਚਲਾ ਗਿਆ ਤਾਂ ਉਹ ਉਸ ITC ਨੂੰ ਅਵੇਲ ਕਰ ਸਕਦਾ, ਠੀਕ ਹੈ। ਸੈਕਸ਼ਨ 16 ਸਬਸੈਕਸ਼ਨ 2 ਪ੍ਰੋਵਾਈਜ਼ੋ ਨੰਬਰ 3, ਠੀਕ ਹੈ। ਹੁਣ ਉਹਦਾ ਜਦੋਂ ਪੇਮੈਂਟ ਉਹਨੇ ਕਰਤੀ ਤਾਂ ਉਸ ਤੋਂ ਬਾਅਦ ਨੈਕਸਟ ਹੈਗਾ ਕਿ ਉਹਦੀ ਜਿਹੜੀ ਉਹ ਪੇਮੈਂਟ ਉਹਨੇ ਕੀਤੀ, ਜਿਹੜਾ ਸੈਕਸ਼ਨ 16 ਸਬਸੈਕਸ਼ਨ 4 'ਚ ਲਿਮਿਟ ਡਿਫਾਈਨਡ ਹੈ ਕਿ ਤੁਸੀਂ 1 ਸਾਲ ਦੀ ਜਿਹੜੀ ITC ਹੈਗਾ ਉਹ ਸੈਪਟੈਂਬਰ, ਅਗਲੇ ਸਾਲ ਦੇ ਸੈਪਟੈਂਬਰ ਤੱਕ ਜਾਂ ਜਦ ਤੱਕ ਤੁਸੀਂ ਰਿਟਰਨ ਭਰਦੇ ਹੋ ਵਿਚ ਐਵਰ ਇਜ਼ ਅਰਲੀਅਰ ਐਨੂਅਲ ਰਿਟਰਨ ਤਾਂ ਤੱਕ ਕਰ ਸਕਦੇ। ਤੇ ਉਹ ਜਿਹੜੀ ਕੰਡੀਸ਼ਨ ਹੈਗੀ ਆ ਉਹ ਇਸ ਕੇਸ 'ਚ ਲਾਗੂ ਨਹੀਂ ਹੁੰਦੀ। ਇਸ ਕੇਸ 'ਚ ਜਦੋਂ ਵੀ ਉਹ ਆਪਣੀ ਪੇਮੈਂਟ ਕਰੇਗਾ ਉਦੋਂ ਉਹ ਉਹਦਾ ITC ਅਵੇਲ ਕਰ ਸਕਦਾ। ਮੈਂ ਲੈਂਗੁਏਜ ਪੜ੍ਹ ਸੁਣਾ ਦਿੰਦਾ ਤੁਹਾਨੂੰ। ਫਰਦਰ ਐਜ਼ ਪਰ ਥਰਡ ਪ੍ਰੋਵੀਜ਼ੋ ਟੂ subsection 2 of section 16 of PGST Act 2017, a registered recipient shall re-avail ITC
reversed earlier on making the payment of the value of supply along with the tax thereon. It is pertinent to mention here that as per sub rule 4 of rule 37 of PGST rules 2017, the time limit prescribed under section 16 subsection 4 for availing the ITC before the due date for finishing return for the month of September of the succeeding year or the annual return, whichever is earlier, shall not apply for re-availing of the credit which was reversed earlier. Hence, it can be availed any time in future when the payment is made. ਹੁਣ ਆਪਾਂ ਪੇਮੈਂਟ ਨੂੰ ਫਟਾਫਟ 2 ਮਿੰਟ ਸਾਰਾ ਰਿਕੈਪ ਕਰ ਲੈਂਦੇ ਹਾਂ। ਅਸੀਂ ਦੇਖਿਆ ਕੰਡੀਸ਼ਨ ਕੀ ਸੀਗੀ, ਬੰਦੇ ਨੇ ਸਪਲਾਈ ਲਈ, ਰੈਸੀਪੀਐਂਟ ਉਹਨੇ ਜੀ ਸਪਲਾਈ ਦੀ ਜਿਹੜੀ ਪੇਮੈਂਟ ਕਰਨੀ ਸੀ ਉਹ ਪੇਮੈਂਟ ਨਹੀਂ ਕੀਤੀ। ਜਦੋਂ ਉਹਨੇ ਪੇਮੈਂਟ ਨਹੀਂ ਕੀਤੀ ਤਾਂ ਅਸੀਂ ਕਿਹਾ ਕਿ 180 ਦਿਨ ਤੱਕ ਜੇ ਨਹੀਂ ਕੀਤੀ ਤਾਂ ਅਸੀਂ ਇਹਨਾਂ ਨੇ ITC ਅਵੇਲ ਕੀਤਾ ਉਹ ITC ਉਹਦਾ ਰਿਵਰਸ ਕਰਾਂਗੇ। ਠੀਕ ਹੈ, ਇੱਕ ਉਹਦੇ 'ਤੇ ਇੰਟਰਸਟ ਲਵਾਂਗੇ, ਇੰਟਰਸਟ ਫਰੋਮ ਦ ਡੇਟ ਜਿਸ ਦਿਨ ਉਹਨੇ ITC ਅਵੇਲ ਕੀਤਾ ਅੰਡਰ ਸੈਕਸ਼ਨ 37 ਸਬ ਰੂਲ 3। ਠੀਕ ਹੈ, ਹੁਣ ਉਹਦੇ 'ਚ 2 ਚੀਜ਼ਾਂ ਇੰਪੋਰਟੈਂਟ ਸੀਗੀਆਂ। ਇੱਕ ਤਾਂ ਜਿਹਦਾ ਡਿਊ ਡੇਟ ਆਫ ਪੇਮੈਂਟ ਕਰਨੀ ਉਹ ਕਰਨੀ ਹੈਗੀ 80 ਦਿਨ ਫਰੋਮ ਦ ਡੇਟ ਆਫ ਇਸ਼ੂ ਇਨਵੋਇਸ। ਇੰਟਰਸਟ ਕਰਨਾ ਹੈਗਾ ਜਿਸ ਦਿਨ ਉਹਨੇ ITC ਅਵੇਲ ਕੀਤਾ। ITC ਅਵੇਲ ਕਰਨਾ ਹੀ ਜ਼ਰੂਰੀ ਹੈ, ITC ਯੂਟੀਲਾਈਜ਼ ਕਰਨ ਦੀ ਕੋਈ ਸ਼ਰਤ ਨਹੀਂ ਹੈਗੀ। ਠੀਕ ਹੈ, 3 ਚੀਜ਼ਾਂ ਨੂੰ ਉਹ 'ਚੋਂ ਐਗਜ਼ੈਂਪਟ ਕੀਤਾ। ਪਹਿਲੀ ਜਿਹੜੀ ਰਿਵਰਸ ਚਾਰਜ ਵਾਲੀ ਹੈ, ਦੂਜੀ ਜਿਹੜੀ ਸ਼ਡਿਊਲ 1 ਵਾਲੀ ਹੈ, ਤੀਜੀ ਸੈਕਸ਼ਨ 15 ਦਾ ਸਬਸੈਕਸ਼ਨ 2 ਦਾ ਕਲੌਜ਼ B। ਓਕੇ, ਫਿਰ ਹੁਣ ਗੱਲ ਕੀ ਹੋਈ, ਬੰਦੇ ਦਾ ਅਸੀਂ ITC ਰਿਵਰਸ ਵੀ ਕਰਤਾ, ਉਹਦਾ ਇੰਟਰਸਟ ਵੀ ਭਰਵਾ ਲਿਆ। ਹੁਣ ਉਹਨੇ ਬਾਅਦ ਵਿੱਚ ਕਿਤੇ ਜਾ ਕੇ ਉਹ ਪੇਮੈਂਟ ਕਰਤੀ। ਜਦੋਂ ਉਹ ਪੇਮੈਂਟ ਕਰੂਗਾ ਤਾਂ ਉਸ ਪੇਮੈਂਟ ਦੇ ਨਾਲ ਹੀ ਉਹਨੂੰ ਉਹ ITC ਅਵੇਲ ਕਰ ਸਕਦਾ। ਸੈਕਸ਼ਨ 16 ਸਬਸੈਕਸ਼ਨ 4 ਦੇ ਅੰਦਰ ਜਿਹੜੀ ਟਾਈਮ ਲਿਮਿਟ ਡਿਫਾਈਨਡ ਹੈਗੀ ਹੈ ਕਿ ਸੈਪਟੈਂਬਰ ਆਫ ਦ ਨੈਕਸਟ ਈਅਰ ਜਾਂ ਐਨੂਅਲ ਰਿਟਰਨ ਜਦੋਂ ਜਿਹੜੀ ਵੀ ਭਰੀ ਉਹਨੇ ਪਹਿਲਾਂ, ਉਹ ਕੰਡੀਸ਼ਨ ਇਹਦੇ ਅੰਦਰ ਲਾਗੂ ਨਹੀਂ ਹੁੰਦੀ। ਇਟ ਕੈਨ ਬੀ ਅਵੇਲਡ ਐਨੀ ਟਾਈਮ ਇਨ ਫਿਊਚਰ ਵੈਨ ਦ ਪੇਮੈਂਟ ਇਜ਼ ਮੇਡ। ਕਲੀਅਰ ਹੋ ਗਿਆ। ਹੁਣ ਆਪਾਂ ਆਉਂਦੇ ਹਾਂ ਡੈਪਰੀਸ਼ੀਏਸ਼ਨ 'ਤੇ। ਕੈਪੀਟਲ ਗੁੱਡਸ ਨੇ, ਕੈਪੀਟਲ ਗੁੱਡਸ ਦੇ ਉੱਤੇ ਬੰਦਾ ਇਨਕਮ ਟੈਕਸ ਐਕਟ 1961 ਦੇ ਅੰਡਰ ਡੈਪਰੀਸ਼ੀਏਸ਼ਨ ਕਲੇਮ ਕਰਦਾ। ਠੀਕ ਹੈ, ਹੁਣ ਇਹ 'ਚ ਕੀ ਹੈਗਾ, ਮੰਨ ਲਓ ਬੰਦੇ ਨੇ ₹1,00,000 ਦਾ ਕੈਪੀਟਲ ਗੁੱਡਸ ਲਈ, ਰੇਟ ਆਫ ਟੈਕਸ ਹੈਗਾ 18%, ਟੋਟਲ ਵੈਲਿਊ ਹੋਈ 1,18,000 ਰੁਪਏ। ਜੇ ਤਾਂ ਉਹਨੇ ਡੈਪਰੀਸ਼ੀਏਸ਼ਨ ਕਲੇਮ ਕੀਤਾ 1 ਲੱਖ 'ਤੇ, ਫਿਰ ਤਾਂ ਉਹਨੂੰ ਉਸ ਟੈਕਸ ਕੰਪੋਨੈਂਟ ਦਾ ITC ਮਿਲੂਗਾ। ਜੇ ਉਹਨੇ 1,18,000 ਦੇ ਉੱਤੇ ਡੈਪਰੀਸ਼ੀਏਸ਼ਨ ਕਲੇਮ ਲਿਆ ਹੈ ਤਾਂ ਉਹਨੂੰ ਉਸ 18,000 ਦੇ ਟੈਕਸ ਕੰਪੋਨੈਂਟ ਦਾ ITC ਨਹੀਂ ਮਿਲੂਗਾ। ਮੈਂ ਦੁਬਾਰਾ ਰਿਪੀਟ ਕਰਦਾ, ਅਸੀਂ ਪੜ੍ਹ ਰਹੇ ਹਾਂ ਡੈਪਰੀਸ਼ੀਏਸ਼ਨ ਕੈਪੀਟਲ ਗੁੱਡਸ ਦੀ ਇਨਕਮ ਟੈਕਸ ਐਕਟ 'ਚ। ਇਨਕਮ ਟੈਕਸ ਐਕਟ ਕਿਹੜਾ ਹੈ? 1961 ਦਾ। ਬੰਦੇ ਨੇ 1 ਲੱਖ ਦੀ ਕੈਪੀਟਲ ਗੁੱਡਸ ਲਈਆਂ, ਉਹਦੇ ਉੱਤੇ ਉਹਨੇ 18,000 ਟੈਕਸ ਪੇ ਕੀਤਾ, ਟੋਟਲ ਵੈਲਿਊ ਬਣੀ 1,18,000 ਰੁਪਏ। ਜੇ ਉਹਨੇ 1 ਲੱਖ ਦੇ ਉੱਤੇ ਡੈਪਰੀਸ਼ੀਏਸ਼ਨ ਕਲੇਮ ਲਿਆ ਇਨਕਮ ਟੈਕਸ 'ਚ ਤਾਂ ਉਸ 18,000 ਦਾ ਉੱਤੇ ITC ਮਿਲੂਗਾ। ਪਰ ਜੇ ਉਹਨੇ 1,18,000 ਤੇ ਡੈਪਰੀਸ਼ੀਏਸ਼ਨ ਕਲੇਮ ਲਿਆ ਤਾਂ ਉਹਨੂੰ ਉਸ ਦੇ ਉੱਤੇ ITC ਨਹੀਂ ਮਿਲੂਗਾ। ਕਲੀਅਰ ਹੈ? ਉਹਦੀ ਲੈਂਗੁਏਜ ਪੜ੍ਹ ਲੈਂਦੇ ਹਾਂ। As per subsection 10 of section 16 of the PGST Act 2017, a registered person cannot claim ITC on the tax component of capital goods if he has claimed depreciation on the same under the provisions of the Income Tax Act 1961. Clear ਹੋ ਗਿਆ ਜੀ? ਕੈਪੀਟਲ ਗੁੱਡਸ ਦੇ ਉੱਤੇ ਜੇ ਉਹਨੇ ਟੈਕਸ ਕੰਪੋਨੈਂਟ 'ਤੇ ਵੀ ਡੈਪਰੀਸ਼ੀਏਸ਼ਨ ਲਿਆ ਤਾਂ ਉਹਦਾ ITC ਨਹੀਂ ਮਿਲਣਾ, ਜੇ ਨਹੀਂ ਲਿਆ ਫਿਰ ITC ਮਿਲੂਗਾ। ਠੀਕ ਹੈ, ਹੁਣ ਟਾਈਮ ਪੀਰੀਅਡ ਫॉर द ਅਵੇਲਮੈਂਟ ਆਫ ਦ ITC ਇਹ ਪਹਿਲਾਂ ਹੀ ਪੜ੍ਹ ਲਿਆ ਆਪਾਂ। ਸੈਕਸ਼ਨ 16 ਸਬਸੈਕਸ਼ਨ 4 'ਚ ਹੁੰਦਾ 1 ਸਾਲ ਦਾ ITC ਅਗਲੇ ਸਾਲ ਦੇ ਸੈਪਟੈਂਬਰ ਮਹੀਨੇ ਤੱਕ ਜਾਂ ਐਨੂਅਲ ਰਿਟਰਨ ਭਰਨ ਤੱਕ ਮਿਲ ਸਕਦਾ। ਪਰ ਜਿਹੜਾ 17-18 ਦਾ ਸੀਗਾ ਉਹ 31 ਮਾਰਚ 2019 ਤੱਕ ਅਲਾਉ ਕਰਤਾ ਸੀਗਾ ਇਹਨਾਂ ਨੇ। ਠੀਕ ਹੈ, ਸਿੰਪਲ ਜੀ ਗੱਲ ਹੈ। ਫਿਰ ਹੁਣ ਅੱਗੇ ਇਹ ਬੜਾ ਇੰਟਰਸਟਿੰਗ ਹੈਗਾ, ਹੁਣ ਪੁਆਇੰਟ ਧਿਆਨ ਨਾਲ, ਜਿਵੇਂ ਆਪਾਂ ਪਹਿਲਾਂ ਮੈਥਮੈਟਿਕਸ ਕਰਦੇ ਸੀਗੇ ਨਾ, ਉੱਦਾਂ ਦਾ ਕੁਆਡਰੇਟਿਕ ਇਕੁਏਸ਼ਨਸ ਵਗੈਰਾ ਜਿਵੇਂ ਹੁੰਦੀਆਂ ਸੀਗੀਆਂ ਉੱਦਾਂ ਦਾ ਇੰਟਰਸਟਿੰਗ ਹੈ ਬੜਾ ਇਹ। ਹੁਣ ਆਪਾਂ ਦੇਖਣਾ ਹੈ ਅਪੋਰਸ਼ਨਮੈਂਟ ਆਫ ਕ੍ਰੈਡਿਟ ਕਿਵੇਂ ਹੋਏਗਾ, ਕੀ ਹੈ ਇਹਦਾ ਬੈਕਗਰਾਊਂਡ ਕੀ ਹੈ। ਕਿ ਮੋਸਟ ਆਫ ਕਈ ਫਰਮਾਂ ਹੁੰਦੀਆਂ ਜਿਨ੍ਹਾਂ 'ਚ
बिजनेस वाला काम भी हो रहा है, नॉन बिजनेस वाला काम भी हो रहा है, टैक्सेबल सप्लाई भी हो रही है, एग्जैम्प्ट सप्लाई भी हो रही है ना। तो ਉਹ ਉੱਥੇ ਫਿਰ ਆਈਟੀਸੀ ਨੂੰ ਕਿੱਦਾਂ ਅਸੀਂ ਦੇਖਣਾ ਕਿ ਕਿਹੜਾ ਆਈਟੀਸੀ ਮਿਲਣਾ ਕਿਹੜਾ ਨਹੀਂ ਮਿਲਣਾ, ਠੀਕ ਹੈ। ਇਹਨੂੰ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਬਿਜ਼ਨਸ ਨੌਨ ਬਿਜ਼ਨਸ ਜਿਹੜਾ ਹੈਗਾ ਸੈਕਸ਼ਨ ਹੈਗਾ ਸੈਕਸ਼ਨ 17 ਸਬਸੈਕਸ਼ਨ 1, ਰੂਲ ਹੈਗਾ ਰੂਲ ਨੰਬਰ 42। ਸੋ ਸੈਕਸ਼ਨ 17 ਸਬਸੈਕਸ਼ਨ 1 ਤੇ ਰੂਲ ਨੰਬਰ 42 ਚ ਆਪਾਂ ਡਿਫਾਈਨ ਕਰਦੇ ਹੈਗੇ ਆ ਬਿਜ਼ਨਸ ਐਂਡ ਨੌਨ ਬਿਜ਼ਨਸ ਪਰਪਸ, ਠੀਕ ਹੈ। ਇਹਦੇ 'ਚ ਕੀ ਹੈਗਾ ਟੋਟਲ ਆਈਟੀਸੀ ਹੈ। ਟੋਟਲ ਆਈਟੀਸੀ ਬਿਜ਼ਨਸ ਤੇ ਨੌਨ ਬਿਜ਼ਨਸ ਪਰਪਸ ਯੂਜ਼ ਹੋ ਰਿਹਾ ਤਾਂ ਜਿੰਨਾ ਕੰਪੋਨੈਂਟ ਬਿਜ਼ਨਸ ਦਾ ਹੈਗਾ ਉਨਾ ਪ੍ਰਪੋਰਸ਼ਨ ਦਾ ਹੀ ਆਈਟੀਸੀ ਨੂੰ ਮਿਲੂਗਾ। ਮੰਨ ਲਓ 70% ਬਿਜ਼ਨਸ ਹੈ, 30% ਨੌਨ ਬਿਜ਼ਨਸ ਹੈ, ਤਾਂ 70% ਆਫ ਦਾ ਆਈਟੀਸੀ ਦਾ ਹੀ ਉਹਨੂੰ ਬੈਨੀਫਿਟ ਮਿਲੂਗਾ। ਇੱਕ ਪੰਜਾਬੀ 'ਚ ਮਤਲਬ ਮੋਟੀ ਗੱਲ ਇਹ ਇਹਨੂੰ ਪੜ੍ਹ ਕੇ ਦੱਸ ਦਿੰਦੇ ਹਾਂ ਹੁਣ ਕੀ ਹੈਗਾ। ਐਜ਼ ਪਰ ਸਬਸੈਕਸ਼ਨ 1 ਆਫ ਸੈਕਸ਼ਨ 17 ਪਹਿਲਾਂ ਆਪਾਂ ਕਰ ਲਿਆ और PGST एक्ट 2017 रेड विद रूल 42 ऑफ PGST रूल्स 2017 ITC is available only to the extent of use in furtherance of business. It implies that where the goods and services are used by the registered person taxpayer partly for utilizing business activity and partly for other purposes ਜਿਹੜੇ business नहीं है, then ITC will be restricted to an amount which is attributable for the business purposes. In such a scenario, the taxpayer has to reverse the proportionate ITC related to non-business use as per rule 42 of the said rules. Clearly मतलब जिन्नी परसेंटेज ऑफ इनपुट्स बिजनेस पर्पज यूज हुई हैं उन्नियाँ ही वो यूज़ कर सकता है, बाकी में रिवर्स करनी पड़े, सिंपल। फिर आ गया टैक्सेबल एंड एग्जाम्प्ट सप्लाईज। ਇਹਦਾ ਸੈਕਸ਼ਨ ਹੈਗਾ ਸੈਕਸ਼ਨ 17 ਸਬਸੈਕਸ਼ਨ 2 ਰੂਲ 42। ਜੋ ਪਹਿਲਾਂ ਬਿਜ਼ਨਸ ਨੌਨ ਬਿਜ਼ਨਸ ਦਾ ਕਰਿਆ ਬਿਲਕੁਲ ਸੇਮ। जिन्ने इनपुट्स यूज होए फॉर टैक्सेबल सप्लाई वो परमिट होंगे, जिनमें इनपुट यूज होए फॉर एग्जाम्प्ट सप्लाई वो सारे रिवर्स होंगे, बिल्कुल सिंपल। एग्जाम्प्ट सप्लाईज किहड़ियां ने आप देख लैने। सब तो पहला एग्जाम्प्ट सप्लाईज वो ने जिहड़ियां गवर्नमेंट ने नोटिफाई की कि गवर्नमेंट नोटिफाई करते हैं जी आ एग्जाम्प्ट सप्लाईज। दूसरी जिन्हां ते निल रेट ऑफ टैक्स है। तीसरी जिहड़ियां सप्लाईज नॉन टैक्सेबल सप्लाईज ने, नोटिफिकेशन निल रेट नॉन टैक्सेबल सप्लाईज। चौथी हैगी है जिहड़ी रिवर्स चार्ज मैकेनिज्म च ਉਹਨੂੰ ਅਸੀਂ एग्जाम्प्ट सप्लाई च लेके आने, ठीक है। तो पंजवीं हैगी है जिहड़ी सिक्योरिटीज़ ने, ठीक है। तो फिर हैगी है लैंड दे नाल रिलेटेड जिहड़ी कि क्लॉज 5B ऑफ शेड्यूल 2 दे नाल आपां रिलेट करते हैं। मैं दोबारा रिपीट करता एग्जाम्प्ट सप्लाई समझ लो की हैगा। एग्जाम्प्ट सप्लाई हैगी है सब तो पहली जिहड़ी कि गवर्नमेंट ने नोटिफाई करती, दूसरी जिहड़ी निल रेट है, तीसरी जिहड़ी कि नॉन टैक्सेबल सप्लाई है, चौथी RCM, पंजवीं सिक्योरिटीज़,